ਮੇਰੇ ਮੰਮੀ ਪਾਪਾ ਵੀ ਸ਼ਾਮ ਨੂੰ ਬੈਠ ਕੇ ਟੀਵੀ ਦੇਖਦੇ ਆ, ਦੇ ਵਾਂਟ ਐਵਰੀਥਿੰਗ, ਦੇ ਵਾਚ ਕਿ ਸ਼ਾਮ ਨੂੰ ਕੁਝ ਵਧੀਆ ਜਿਹਾ ਆਪਾਂ ਦੇਖੀਏ। ਸੋ ਆਈ ਥਿੰਕ ਇਹ ਫੈਮਲੀਜ਼ ਲਈ ਇਹ ਸ਼ੋਅ ਅਸੀਂ ਬਣਾ ਰਹੇ ਹਾਂ ਕਿ ਉਹ ਆਪਣੇ ਫੇਵਰਿਟ ਸਟਾਰਸ ਦੇ ਬਾਰੇ, ਉਹਨਾਂ ਦੇ ਬਚਪਨ, ਉਹਨਾਂ ਦੀਆਂ ਫਨ ਸਾਈਡ, ਉਹਨਾਂ ਦੀਆਂ ਸਕਸੈਸ ਸਟੋਰੀਜ਼, ਉਸ ਸਭ ਬਾਰੇ ਜਾਣਨ। ਐਂਡ ਆਈ ਥਿੰਕ ਮੇਰੇ ਲਈ ਇੱਕ ਬਹੁਤ ਵਧੀਆ ਲਰਨਿੰਗ ਹੋਗੀ। ਜ਼ਹਿਨ ਦੇ ਵਿੱਚ ਸੋਚਿਆ ਕਿ ਇਸ ਬੰਦੇ ਦੀ ਮੈਂ ਸਾਰੀ ਪੋਲ ਖੋਲ੍ਹਣੀ ਆ ਸ਼ੋਅ ਦੇ ਵਿੱਚ, ਕੋਈ ਹੈ ਇੱਦਾਂ ਦਾ ਬੰਦਾ? ਬਹੁਤ ਜ਼ਿਆਦਾ ਚੀਜ਼ਾਂ ਸਕ੍ਰਿਪਟਡ ਕਰਕੇ ਜੋ ਲਿਖਿਆ ਉਹੀ ਤੁਸੀਂ ਬੋਲੋ, ਜੋ ਲਿਖਿਆ ਹੋਇਆ ਉਹ ਤੁਸੀਂ ਦੱਸ ਰਹੇ ਹੋ, ਉਹ ਮੈਨੂੰ ਪਸੰਦ ਨਹੀਂ। ਤੁਸੀਂ ਇਹ ਤੁਹਾਡੇ ਬਹੁਤ ਪਿਆਰ ਆ ਜਿਹੜਾ ਮੈਨੂੰ ਫਿਟ ਕਹਿੰਦੇ ਹੋ, ਬਟ ਮੈਂ ਇੱਕ ਤੁਹਾਡੀ ਜਿੱਦਾਂ ਤੁਸੀਂ ਹੋ ਨਾ, ਆਈ ਐਮ ਸ਼ੋਰ ਕਈ ਇੱਦਾਂ ਦੇ ਦਿਨ ਹੁੰਦੇ ਹੋਣੇ ਆ ਤੁਹਾਡੀ ਲਾਈਫ 'ਚ ਜਿੱਦਾਂ ਤੁਹਾਨੂੰ ਲੱਗਦਾ ਹੋਣਾ ਕਿ ਓ ਮਾਈ ਗੋਡ ਆਈ ਡੋਂਟ ਲੁੱਕ ਗੁੱਡ, ਆਈ ਡੋਂਟ ਫੀਲ, ਮੇਰੇ ਇੱਥੇ ਫੈਟ ਆ ਰਿਹਾ, ਮੇਰੇ ਉੱਥੇ ਫੈਟ ਆ ਰਿਹਾ, ਮੇਰੇ ਸੋ ਮੈਂ ਵੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੀ ਚੀਜ਼ਾਂ ਨੂੰ ਫੇਸ ਕਰਦੀ ਹਾਂ। ਮੈਨੂੰ ਇਹ ਲੱਗਦਾ ਕਿ ਹਮੇਸ਼ਾ ਜਿੱਤਣਾ ਜ਼ਰੂਰੀ ਨਹੀਂ ਆ, ਹਮੇਸ਼ਾ ਕਿ ਤੁਸੀਂ ਅੱਛਾ ਰੈਜ਼ੋਲੂਸ਼ਨ ਬਣਾਇਆ ਔਰ ਉਹ ਪੂਰਾ ਹੋ ਗਿਆ ਕੀਤਾ, ਉਹ ਬਹੁਤ ਚੰਗੀ ਗੱਲ ਆ, ਪਰ ਜੇ ਨਹੀਂ ਹੋਇਆ ਸਾਨੂੰ ਕੋਸ਼ਿਸ਼ ਕਰਦੇ ਰਹਿਣੀ ਚਾਹੀਦੀ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਸੋਨਾਲੀ। ਵੈਲ ਯੂਜੂਲੀ ਕੀ ਹੁੰਦਾ ਹੈ ਕਿ ਜਦ ਅਸੀਂ ਹੋਸਟ ਕਰਦੇ ਆ ਜਾਂ ਕੁਝ ਵੀ ਕਵਰੇਜ ਕਰਦੇ ਆ, ਸੋ ਵੀ ਗੈਟ ਕਮੈਂਟਸ, ਕਈ ਵਾਰ ਬਹੁਤ ਨੈਗੇਟਿਵ, ਕਈ ਵਾਰ ਬਹੁਤ ਪੋਜ਼ਿਟਿਵ। ਸੋ ਕੀ ਹੁੰਦਾ ਹੈ ਕਿ ਜਦ ਇੱਕ ਆਰਟਿਸਟ ਨੂੰ ਅਸੀਂ ਹੋਸਟ ਕਰਦੇ ਹੋਏ ਦੇਖਦੇ ਆ ਨਾ, ਸੋ ਆਈ ਰੀਅਲੀ ਇੱਕ ਆਡੀਅנס ਹੋਣ ਦੇ ਨਾਤੇ ਮੇਰੇ ਜ਼ਿਹਨ 'ਚ ਬਹੁਤ ਸਾਰੇ ਸਵਾਲ ਨੇ। ਇੱਕ ਕੰਮ ਕਰਦੇ ਆ ਜੋ ਮੇਰੇ ਨਾਲ ਖੜੇ ਆ ਨਾ, ਮਤਲਬ ਬੀਇੰਗ ਅ ਗਰਲ ਆਈ ਅਡੋਰ ਹਰ ਦ ਮੋਸਟ। ਸੋਨਮ, ਯੂ ਲੁੱਕ ਲਾਈਕ ਐਂਡ ਹੋ ਤੁਸੀਂ। ਓ ਮਾਈ ਗੋਡ, ਥੈਂਕ ਯੂ ਸੋ ਮਚ, ਯੂ ਆਰ ਸੋ ਬਿਊਟੀਫੁਲ ਐਂਡ ਥੈਂਕ ਯੂ, ਤੁਸੀਂ ਇੰਨਾ ਮੈਨੂੰ ਕੰਪਲੀਮੈਂਟ ਦਿੱਤਾ, ਥੈਂਕ ਯੂ। ਓਕੇ, ਸੋ ਥੈਂਕ ਯੂ ਸੋ ਮਚ ਫॉर ਦਿਸ। ਐਂਡ ਮੈਂ ਇਨੀਸ਼ੀਅਲੀ ਸਟਾਰਟ ਕੀਤਾ ਕਿ ਯੂਜੂਲੀ ਜਦ ਅਸੀਂ ਹੋਸਟ ਕਰਦੇ ਆ ਜਾਂ ਕੋਈ ਵੀ ਕਵਰੇਜ ਕਰਦੇ ਆ ਨਾ, ਸੋ ਬਹੁਤ ਚੀਜ਼ਾਂ ਹੁੰਦੀਆਂ ਨੇ ਜ਼ਿਹਨ ਦੇ ਵਿੱਚ, ਹੈ ਨਾ, ਤੇ ਜਦੋਂ ਕਮੈਂਟਸ ਨੈਗੇਟਿਵ ਆਉਂਦੇ ਆ ਨਾ, ਇਟ ਫੀਲਸ ਲਾਈਕ ਕਿਉਂ। ਸੋ ਇਸ ਨੂੰ ਇੱਦਾਂ ਸਟਾਰਟ ਕਰਨ ਦਾ ਰੀਜ਼ਨ ਹੈ ਕਿ ਮੈਡਮ ਇਜ਼ ਗੋਇੰਗ ਟੂ ਹੋਸਟ ਅ ਸ਼ੋ, ਸੋ ਆਈ ਰੀਅਲੀ ਵਾਂਟ ਕਿ ਤੁਸੀਂ ਇੱਕ ਵਾਰ ਖੁਦ ਰਿਵੀਲ ਕਰੋ। ਸੋ ਆਈ ਹੈਵ ਅ ਲੋਟ ਆਫ ਥਿੰਗਸ ਇਨ ਮਾਈ ਮਾਈਂਡ, ਉਹਦੇ ਬਾਰੇ ਜ਼ਰੂਰ ਗੱਲਾਂ। ਸੋ ਇਹ ਗੱਲ ਕਰ ਰਹੇ ਨੇ ਸ਼ੋਅ ਦਿਲ ਦੀਆਂ ਗੱਲਾਂ, ਜੋ ਕਿ ਜ਼ੀ ਪੰਜਾਬੀ 'ਤੇ ਆਉਣ ਵਾਲਾ ਹੈ ਬਹੁਤ ਜਲਦ। ਸੋ ਮੈਨੂੰ ਨਹੀਂ ਪਤਾ ਪੋਜ਼ੀਟਿਵ ਨੈਗੇਟਿਵ, ਬਟ ਮੈਨੂੰ ਬਸ ਇਹ ਖੁਸ਼ੀ ਆ ਕਿ ਮੈਂ ਇੱਕ ਨਵੇਂ ਪਲੇਟਫਾਰਮ ਦੇ ਥਰੂ, ਟੈਲੀਵਿਜ਼ਨ ਦੇ ਥਰੂ ਆਪਣੇ ਫੈਨਸ ਨਾਲ ਮਿਲ ਸਕਦੀ ਹਾਂ, ਰੂਬਰੂ ਹੋ ਸਕਦੀ ਹਾਂ, ਮੈਨੂੰ ਦੇਖ ਸਕਦੇ ਆ, ਉਹ ਮੇਰੇ ਲਈ ਬਹੁਤ ਵੱਡੀ ਗੱਲ ਆ। ਪਲੱਸ ਆਈ ਥਿੰਕ ਮੇਰੇ ਮੰਮੀ ਪਾਪਾ ਵੀ ਸ਼ਾਮ ਨੂੰ ਬੈਠ ਕੇ ਟੀਵੀ ਦੇਖਦੇ ਆ, ਦੇ ਵਾਂਟ ਐਵਰੀਥਿੰਗ, ਦੇ ਵਾਚ ਕਿ ਸ਼ਾਮ ਨੂੰ ਕੁਝ ਵਧੀਆ ਜਿਹਾ ਆਪਾਂ ਦੇਖੀਏ। ਸੋ ਆਈ ਥਿੰਕ ਇਹ ਫੈਮਲੀਜ਼ ਲਈ ਇਹ ਸ਼ੋਅ ਅਸੀਂ ਬਣਾ ਰਹੇ ਹਾਂ ਕਿ ਉਹ ਆਪਣੇ ਫੇਵਰਿਟ ਸਟਾਰਸ ਦੇ ਬਾਰੇ, ਉਹਨਾਂ ਦੇ ਬਚਪਨ, ਉਹਨਾਂ ਦੀਆਂ ਫਨ ਸਾਈਡ, ਉਹਨਾਂ ਦੀਆਂ ਸਕਸੈਸ ਸਟੋਰੀਜ਼, ਉਸ ਸਭ ਬਾਰੇ ਜਾਣਨ। ਐਂਡ ਆਈ ਥਿੰਕ ਮੇਰੇ ਲਈ ਇੱਕ ਬਹੁਤ ਵਧੀਆ ਲਰਨਿੰਗ ਹੋਗੀ, ਬਿਕਾਜ਼ ਬਹੁਤ ਸਾਰੇ ਆਰਟਿਸਟ ਨਾਲ ਕੰਮ ਕੀਤਾ, ਲੇਕਿਨ ਯੂ ਡੋਂਟ ਨੋ ਦੈਮ ਇਨ ਐਂਡ ਆਊਟ ਲਾਈਕ ਅ ਲੋਟ ਆਫ ਦੈਮ। ਸੋ ਇਟ ਵਿਲ ਬੀ ਫਨ ਫॉर मी, ਔਰ ਮੈਂ ਜਿੱਦਾਂ ਮੈਂ ਹੈਗੀ ਆ ਮੈਂ ਉੱਦਾਂ ਹੀ ਸ਼ੋਅ 'ਤੇ ਰਹਿਣਾ। ਆਈ ਡੋਂਟ ਨੋ ਬਟ ਪੋਜ਼ੀਟਿਵ ਔਰ ਨੈਗੇਟਿਵ, ਔਰ ਮੈਂ ਕਿੰਨੀ ਵਧੀਆ ਹੋਸਟ ਹੋਊਂਗੀ। ਮੈਂ ਆਪਣੇ ਬਸ ਦਿਮਾਗ 'ਚ ਇਹੀ ਸੋਚ ਰਹੀ ਹਾਂ ਕਿ ਆਈਲ ਜਸਟ ਬੀ ਮਾਈ ਸੈਲਫ, ਦੈਟਸ ਆਲ। ਓਕੇ, ਸੋ ਅੱਛਾ, ਉਹਦੇ ਲਈ ਕੋਈ ਪ੍ਰੈਪਰੇਸ਼ਨਸ ਹੈਗੀਆਂ ਨੇ? ਕਿਉਂਕਿ ਆਈ ਥਿੰਕ ਫॉर ਬੀਇੰਗ ਅ ਜਰਨਲਿਸਟ, ਕਿਉਂਕਿ ਮੈਂ ਇਸ ਕੈਮਰਾ ਦੇ ਸਾਹਮਣੇ ਖੜੀ ਹਾਂ, ਸੋ ਆਈ ਕੈਨ ਸੇ ਦੈਟ ਬਹੁਤ ਯੂ ਹੈਵ ਟੂ ਬੀ ਵੈਰੀ ਕਿਊਰੀਅਸ ਟੂ ਨੋ ਥਿੰਗਸ, ਮਤਲਬ ਹਰ ਚੀਜ਼ ਨੂੰ ਕਿਉਂ, ਕਿਆ, ਕਿਵੇਂ, ਉਹ ਚੀਜ਼ ਜ਼ਿਹਨ ਦੇ ਵਿੱਚ ਹੋਣੀ ਚਾਹੀਦੀ। ਸੋ ਹਾਊ ਕਿਊਰੀਅਸ ਯੂ ਆਰ ਤੇ ਕਿੰਨਾ ਕੀ ਵਰਕ ਕਰਿਓ ਤੁਸੀਂ? I am curious as a person, and I think ਜਦੋਂ ਅਸੀਂ ਬਹੁਤ ਸਾਰੇ ਆਰਟਿਸਟ ਬਾਰੇ ਗੱਲਾਂ ਕਰਦੇ ਹਾਂ, ਤਾਂ ਇੱਕ ਜੋ ਤੁਸੀਂ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਇਮੇਜ ਦੇਖਦੇ ਹੋ ਜਾਂ ਫਿਰ ਉਹਨਾਂ ਨੂੰ ਇੱਕ ਕਿਸੇ ਕਿਰਦਾਰ ਦੇ ਥਰੂ ਜਾਣਦੇ ਹੋ ਜੋ ਪਲੇ ਕਰਦੇ ਆ ਪਰਦੇ 'ਤੇ, ਤਾਂ ਡੈਫੀਨੇਟਲੀ ਤੁਹਾਡੇ ਜ਼ਿਹਨ 'ਚ ਇਹ ਗੱਲ ਆਉਂਦੀ ਆ ਕਿ ਅੱਛਾ ਹਾਊ ਇਜ਼ ਦੈਟ ਪਰਸਨ ਇਨ ਰੀਅਲ ਲਾਈਫ, ਜਾਂ ਫਿਰ ਅੱਛਾ ਉਹ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਕਿੱਦਾਂ ਨੇ। ਤਾਂ ਉਹ ਮੇਰੇ ਵੀ ਆ, ਤਾਂ ਮੇਰੇ ਲਈ ਵੀ ਇੱਕ ਫਨ ਐਕਸਪੀਰੀਅੰਸ ਹੋਊਗਾ ਕਿ ਅੱਛਾ ਜੇ ਇਹਨਾਂ ਦੀ ਇਮੇਜ ਇੱਦਾਂ ਦੀ ਹੈਗੀ ਆ, ਸੋ ਹਾਊ ਇਜ਼ ਹੀ ਇਨ ਰੀਅਲ ਲਾਈਫ ਔਰ ਹਾਊ ਇਜ਼ ਸ਼ੀ ਇਨ ਰੀਅਲ ਲਾਈਫ। ਸੋ ਆਈ ਐਮ ਐਕਸਾਈਟਿਡ ਫॉर दैट, ਐਂਡ ਮੈਨੂੰ ਪਤਾ ਹੀ ਆ ਕਿ ਮੈਨੂੰ ਵੈਸੇ ਵੀ ਸ਼ੋਅ ਦੇ ਥਰੂ ਬਹੁਤ ਕੁਝ ਪਤਾ ਲੱਗਣ ਵਾਲਾ ਹੈ। ਸੋ ਆਈ ਵਿਲ ਜਸਟ ਸਿਟ ਬੈਕ ਐਂਡ ਇੰਜੋਏ। ਅੱਛਾ, ਮਤਲਬ ਜ਼ਿਹਨ ਦੇ ਵਿੱਚ ਸੋਚਿਆ ਕਿ ਇਸ ਬੰਦੇ ਦੀ ਮੈਂ ਸਾਰੀ ਪੋਲ ਖੋਲ੍ਹਣੀ ਆ ਸ਼ੋਅ ਦੇ ਵਿੱਚ, ਕੋਈ ਹੈ ਇੱਦਾਂ ਦਾ ਬੰਦਾ? ਨਹੀਂ ਇੱਦਾਂ ਕੁਛ ਨਹੀਂ ਹੈ, ਪੋਲ ਨਹੀਂ ਖੋਲ੍ਹਣੀ। ਆਈ ਥਿੰਕ ਆਈ ਵਾਂਟ ਕਿ ਉਹਨਾਂ ਨੂੰ ਸ਼ੋਅ 'ਤੇ ਆ ਕੇ ਵਧੀਆ ਲੱਗੇ, ਦੇ ਸ਼ੁੱਡ ਹੈਵ ਅ ਗੁੱਡ ਟਾਈਮ, ਆਈ ਸ਼ੁੱਡ ਹੈਵ ਅ ਗੁੱਡ ਟਾਈਮ, ਅਤੇ ਸਾਡੀ ਜਿਹੜੀ ਆਡੀਅנס ਆ ਦੇ ਸ਼ੁੱਡ ਹੈਵ ਅ ਗੁੱਡ ਟਾਈਮ। ਅਤੇ ਬਸ ਮੇਰਾ ਇਹੀ ਇੰਟੈਂਸ਼ਨ ਆ, ਬਸ ਆਪਣੇ ਵੱਲੋਂ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ। ਬਟ ਡੈਫੀਨੇਟਲੀ ਕੋਸ਼ਿਸ਼ ਇਹ ਹੋਊਗੀ ਕਿ ਹਾਲੇ ਤੱਕ ਜਿੰਨੇ ਵੀ ਚੈਟ ਸ਼ੋਜ਼ ਆਏ ਆ, ਅਸੀਂ ਇਹਦੇ ਵਿੱਚ ਉਸ ਤੋਂ ਵੱਖਰਾ ਕੀ ਕਰ ਸਕਦੇ ਹਾਂ, ਐਂਡ ਦੈਟਸ ਆਲ। ਬਟ ਮੈਂ ਜੈਨੂਇਨਲੀ ਬਸ ਇਹੀ ਸੋਚ ਰਹੀ ਹਾਂ ਦੈਟ ਆਈ ਵਿਲ ਕਮ
ਮੈਂ ਲੋਕਾਂ ਨਾਲ ਜਿਨ ਕਲਾਕਾਰ ਕੁਛ ਨਾਲ ਗੱਲਬਾਤ ਜਾਂ ਕੰਮ ਕੀਤਾ ਹੋਇਆ ਜਾਂ ਕੁਛ ਨਾਲ ਨਹੀਂ ਕੀਤਾ, ਸੋ ਉਹਨਾਂ ਬਾਰੇ ਹੋਰ ਜਾਣਨਾ, ਉਹਨਾਂ ਨਾਲ ਗੱਲਬਾਤ ਕਰਨਾ, ਜੋ ਕਿ ਮੈਨੂੰ ਵਾਕਈ ਵਧੀਆ ਲੱਗਦਾ। ਮੈਂ ਸੈੱਟ 'ਤੇ ਵੀ ਕਈ ਵਾਰੀ ਆਰਟਿਸਟ ਦੀ ਕੋ ਸਟਾਰਸ ਦੀ ਕਿੱਦਾਂ ਉਹਨਾਂ ਨੇ ਸ਼ੁਰੂ ਕੀਤਾ, ਕੀ ਹੋਇਆ, ਵਾਟ ਆਰ ਦੇ, ਮਤਲਬ ਕੀ ਸੋਚਦੇ ਆ ਜ਼ਿੰਦਗੀ, ਮੈਨੂੰ ਗੱਲਬਾਤ ਇੱਦਾਂ ਦੀ ਕਰਨੀ ਵਧੀਆ ਲੱਗਦੀ ਆ। ਸੋ ਆਈ ਐਮ ਲੁਕਿੰਗ ਫਾਰਵਰਡ ਟੂ ਇਸ ਬਿਕਾਜ਼ ਆਈ ਥਿੰਕ ਇਟਲ ਫਲੋ ਨੈਚੁਰਲੀ। ਦਾ ਬਹੁਤ ਕੋਈ ਪ੍ਰੈਪਰੇਸ਼ਨ ਨਹੀਂ ਕੀਤੀ, ਬਾਕੀ ਟੈਕਨੀਕਲ ਚੀਜ਼ਾਂ ਦ ਟੀਮ ਇਜ਼ देयर, ਦੇ ਵਿਲ ਬਰੀਫ ਮੀ ਐਂਡ ਵਿਲ ਗੋ ਲਾਈਕ ਦੈਟ। ਓਕੇ, ਸੋ ਸੋਨਮ ਕੀ ਹੁੰਦਾ ਹੈ ਕਈ ਵਾਰ ਅਸੀਂ ਜਦ ਟੈਲੀਵਿਜ਼ਨ ਦੇਖਦੇ ਹੁੰਦੇ ਆ, ਸਪੈਸ਼ਲੀ ਹੋਸਟ, ਜਰਨਲਿਸਟ, ਨਿਊਜ਼ ਐਂਕਰ, ਵੀ ਜਸਟ ਸੇ ਇਟ ਰੈਂਡਮਲੀ, ਯਾਰ ਇੱਦਾਂ ਥੋੜ੍ਹੀ ਹੁੰਦਾ, ਇੱਦਾਂ ਕਰਨਾ ਚਾਹੀਦਾ ਸੀ। ਸੋ ਯਾ ਇਟ ਹੈਪਨਸ, ਐਂਡ ਜੇ ਐਜ਼ ਅ ਆਡੀਅנס ਪੁੱਛਾਂ, ਬਿਕਾਜ਼ ਤੁਸੀਂ ਹੋਸਟ ਕਰਨ ਵਾਲੇ ਹੋ, ਯੂ ਵਿਲ ਬੀ ਦ ਹੋਸਟ, ਤੁਹਾਡੇ ਸਾਹਮਣੇ ਕੈਮਰਾ ਹੋਵੇਗਾ, ਆਡੀਅנס ਤੁਹਾਨੂੰ ਫੀਡਬੈਕ ਦੇਊਗੀ। ਸੋ ਇੱਕ ਆਡੀਅנס ਹੋਣ ਦੇ ਨਾਤੇ ਕਿਵੇਂ ਦੇਖਦੇ ਹੋ ਜਦ ਕੋਈ ਕਵਰੇਜ ਹੋ ਰਹੀ ਹੈ, ਜਾਂ ਕਿਵੇਂ ਕਿ ਅਕੋਰਡਿੰਗ ਟੂ ਯੂ ਅੱਜ ਦੀ ਮੀਡੀਆ ਦੀ ਗੱਲ ਕਰਾਂ ਜਾਂ ਫਿਰ ਇੱਕ ਹੋਸਟ ਤੁਹਾਡੇ ਸਾਹਮਣੇ ਖੜਾ ਹੈ, ਉਸ ਚੀਜ਼ ਨੂੰ ਕਿਵੇਂ ਲੈਂਦੇ ਹੋ ਤੁਸੀਂ? ਮੈਨੂੰ ਨਾ ਜਦੋਂ ਚੀਜ਼ਾਂ ਬਹੁਤ ਸਕ੍ਰਿਪਟਡ ਨਾ ਹੋਣ ਨਾ, ਉਹ ਵਧੀਆ ਲੱਗਦਾ। ਪੀਪਲ ਹੂ ਆਰ ਜਸਟ ਦੈਮਸੈਲਵਸ, ਉਹ ਮੈਨੂੰ ਜ਼ਿਆਦਾ ਪਸੰਦ ਹੈ। ਹਾਂ, ਤੁਸੀਂ ਫਿਲਮਾਂ 'ਚ ਕਿਰਦਾਰ ਕਰਦੇ ਹੋ, ਉਹ ਲਿਖਿਆ ਕਿਰਦਾਰ ਉੱਦਾਂ ਦਾ ਤੁਸੀਂ ਕਰ ਰਹੇ ਹੋ, ਇੱਕ ਅਲੱਗ ਚੀਜ਼ ਆ। ਬਟ ਸ਼ੋਅ ਵਗੈਰਾ ਜਦੋਂ ਹੁੰਦੇ ਆ ਜਾਂ ਇੰਟਰਵਿਊਜ਼, ਮੈਨੂੰ ਵਧੀਆ ਲੱਗਦਾ ਇਫ ਇਟਸ ਵੈਰੀ ਰੀਅਲ। ਜੇ ਉਹ ਇਫ ਇਟਸ ਰੀਅਲ ਐਂਡ ਇਫ ਇਟਸ ਮੋਰ ਫਨ ਐਂਡ ਸਪੌਂਟੇਨੀਅਸ, ਮੈਨੂੰ ਲੱਗਦਾ ਕਿ ਉਹ ਮੈਨੂੰ ਜ਼ਿਆਦਾ ਪਸੰਦ ਆਉਂਦਾ। ਉਹ ਪਰਸਨਲ ਮੇਰਾ ਓਪੀਨੀਅਨ ਆ। ਉਹ ਬਹੁਤ ਜ਼ਿਆਦਾ ਚੀਜ਼ਾਂ ਸਕ੍ਰਿਪਟਡ ਕਰਕੇ ਜੋ ਲਿਖਿਆ ਉਹੀ ਤੁਸੀਂ ਬੋਲੋ, ਜੋ ਲਿਖਿਆ ਹੋਇਆ ਉਹ ਤੁਸੀਂ ਦੱਸ ਰਹੇ ਹੋ, ਉਹ ਮੈਨੂੰ ਪਸੰਦ ਨਹੀਂ। ਸੋ ਐਨੀਥਿੰਗ ਵਿਚ ਇਜ਼ ਮੋਰ ਰੀਅਲ, ਔਰਗੈਨਿਕ ਐਂਡ ਰੀਅਲ ਇਜ਼ ਵਾਟ ਆਈ ਲਾਈਕ। ਓਕੇ, ਸੋ ਇੱਦਾਂ ਦਿਮਾਗ ਦੇ ਵਿੱਚ ਹੁਣ ਬਿਕਾਜ਼ ਟ੍ਰੇਨਿੰਗ ਚੱਲ ਰਹੀ ਹੈ, ਸੋ ਕਿਸੇ ਹੋਸਟ ਨੂੰ ਸੁਣਦੇ ਹੋ, ਕਿਸੇ ਨੂੰ ਦੇਖਦੇ ਹੋ, ਜਸਟ ਟੂ ਗੈਟ ਦ ਆਈਡੀਆਜ਼? ਨਹੀਂ, ਹਲੇ ਤੱਕ ਮੈਂ ਨਹੀਂ ਕੀਤਾ। ਮੈਂ ਸੱਚੀ ਕਹਿ ਰਹੀ ਹਾਂ, ਆਈ ਜਸਟ ਵਾਂਟ ਟੂ ਬੀ ਮਾਈ ਸੈਲਫ, ਕਿਉਂਕਿ ਕੈਮਰਾ ਤਾਂ ਮੈਂ ਕਾਫੀ ਸਾਲਾਂ ਤੋਂ ਫੇਸ ਕਰ ਰਹੀ ਹਾਂ, ਲੋਕਾਂ ਨਾਲ ਗੱਲਾਂ ਬਾਤਾਂ ਵੀ ਕਰ ਰਹੀ ਹਾਂ। ਜਸਟ ਦੈਟ ਨਾਓ ਇੱਕ ਉਹ ਪਲੈਟਫਾਰਮ ਮਿਲਿਆ, ਉੱਥੇ ਅਸੀਂ ਬਹਿਣਾ ਆ, ਗੱਲਾਂ ਬਾਤਾਂ ਕਰਨੀਆਂ। ਯੈਸ, ਇੱਕ ਫਾਰਮੈਟ ਤਾਂ ਦਊਗੀ ਚੈਨਲ ਕਿ ਆਪ ਪੁੱਛ ਲਓ ਜਾਂ ਕਰ ਲਓ, ਬਟ ਆਈ ਥਿੰਕ ਆਈ ਐਮ ਜਸਟ ਗੋਇੰਗ ਟੂ ਇੰਜੋਏ ਬਿਕਾਜ਼ for me it's just talking and interacting with my fans and interacting with the guest who will be on the show. So that's it for me. ਸੋ ਵੀ ਆਰ ਵੈਰੀ ਐਕਸਾਈਟਿਡ, ਕਿਉਂਕਿ ਤੁਸੀਂ ਕਿਹਾ ਨਾ ਕਿ ਕਿਰਦਾਰ ਤਾਂ ਅਲੱਗ-ਅਲੱਗ ਮਿਲਦੇ ਆ, ਬਟ ਉਹਨੇ ਰੀਅਲ ਸੋਨਮ ਬਾਜਵਾ ਜੋ ਹੈ ਲੋਕਾਂ ਨੂੰ ਮਿਲੂਗੀ ਦੇਖਣ ਲਈ। ਸੋ ਬਹੁਤ ਟਾਈਮ ਤੋਂ ਓਬਵੀਅਸਲੀ ਵੀ ਵਰ ਟਰਾਈਂਗ ਟੂ ਰੀਚ ਆਊਟ ਟੂ ਯੂ, ਬਟ ਫਾਈਨਲੀ ਤੁਸੀਂ ਮਿਲ ਚੁੱਕੇ ਹੋ। ਸੋ ਇੰਨੇ ਸਵਾਲ ਮੈਨੂੰ ਲੱਗਦਾ ਹੈ ਮੁੰਡੇ ਕੁੜੀਆਂ ਜਸਟ ਆਸਕ ਸੋਨਮ, ਹਾਊ ਕਮ ਤੁਸੀਂ ਇੰਨੇ ਫਿਟ? ਆਈ ਰੀਅਲੀ ਵਾਂਟ ਕਿ ਫਿਟਨੈਸ ਫਰੀਕ ਬੋਲਾ, ਫੈਸ਼ਨ ਦੀਵਾ ਬੋਲਾ, ਜਾਂ ਵਾਟ ਐਵਰ ਇਟ ਇਜ਼, ਕੈਮਰਾ ਇੱਕ ਵਾਰ ਜ਼ਰੂਰ ਮੈਂ ਚਾਹੁੰਦੀ ਹਾਂ ਥੋੜੀ ਲੁੱਕਸ ਜ਼ਰੂਰ ਦਿਖਾਵੇ ਐਂਡ ਲੋਕੀ ਦੇਖਣ ਕਿ ਯੂ ਲੁੱਕ ਸੋ ਪ੍ਰੀਟੀ। ਥੈਂਕ ਯੂ ਦੈਟਸ ਵੈਰੀ ਕਾਈਂਡ ਆਫ ਯੂ। ਦੇਖੋ ਪਤਾ ਕੀ ਹੁੰਦਾ, ਤੁਸੀਂ ਇਹ ਤੁਹਾਡੇ ਬਹੁਤ ਪਿਆਰ ਆ ਜਿਹੜਾ ਮੈਨੂੰ ਫਿਟ ਕਹਿੰਦੇ ਹੋ, ਬਟ ਮੈਂ ਇੱਕ ਤੁਹਾਡੀ ਜਿੱਦਾਂ ਤੁਸੀਂ ਹੋ ਨਾ, ਆਈ ਐਮ ਸ਼ੋਰ ਕਈ ਇੱਦਾਂ ਦੇ ਦਿਨ ਹੁੰਦੇ ਹੋਣੇ ਆ ਤੁਹਾਡੀ ਲਾਈਫ 'ਚ ਜਿੱਦਾਂ ਤੁਹਾਨੂੰ ਲੱਗਦਾ ਹੋਣਾ ਕਿ ਓ ਮਾਈ ਗੋਡ, ਆਈ ਡੋਂਟ ਲੁੱਕ ਗੁੱਡ, ਆਈ ਡੋਂਟ ਫੀਲ, ਮੇਰੇ ਇੱਥੇ ਫੈਟ ਆ ਰਿਹਾ, ਮੇਰੇ ਉੱਥੇ ਫੈਟ ਆ ਰਿਹਾ, ਮੇਰੇ ਸੋ ਮੈਂ ਵੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੀ ਚੀਜ਼ਾਂ ਨੂੰ ਫੇਸ ਕਰਦੀ ਹਾਂ। ਦੇਰ ਆਰ ਡੇਜ਼ ਜਦੋਂ ਮੈਨੂੰ ਇਹ ਲੱਗਦਾ ਕਿ ਸ਼ਿਟ ਮੈਂ ਘੱਟ ਸੁੱਤੀ ਹਾਂ, ਮਾਈ ਫੇਸ ਇਜ਼ ਬਲੋਟਡ, ਮਾਈ ਫੇਸ ਇਜ਼ ਸਵੋਲਨ, ਸਮ ਡੇਜ਼ ਆਈ ਫੀਲ ਲਾਈਕ ਓ ਸ਼ਿਟ ਮਾਈ ਸਟਮਕ ਇਜ਼ ਬਲੋਟਡ, ਸਮ ਡੇਜ਼ ਆਈ ਫੀਲ ਵੈਰੀ ਬੈਡ ਕਿ ਯਾਰ ਮੈਂ ਜਿਮ ਨਹੀਂ ਗਈ, ਔਰ ਉਹ ਮੇਰਾ ਰੋਜ਼ ਦਾ ਆ। ਇਹ ਸਭ ਚੀਜ਼ਾਂ ਚੱਲਦੀਆਂ ਰਹਿੰਦੀਆਂ ਆ, ਬਟ ਯੈਸ ਪਰਦੇ 'ਤੇ, ਸਕਰੀਨ 'ਤੇ, ਸੋਸ਼ਲ ਮੀਡੀਆ 'ਤੇ ਸਭ ਕੁਛ ਪਰਫੈਕਟ ਹੁੰਦਾ ਆ। ਸੋ ਗਾਇਜ਼ ਇੱਦਾਂ ਦਾ ਦਿਖਣਾ, there is a team behind it, there is a lot of effort behind it, so ਕਿਉਂਕਿ ਇਹ ਪਾਰਟ ਆਫ ਦ ਪ੍ਰੋਸੈਸ ਐਂਡ ਮਾਈ ਜੋਬ। ਬਟ ਬਾਕੀ ਮੈਂ ਉੱਦਾਂ ਹੀ ਫੀਲ ਕਰਦੀ ਜਦੋਂ ਤੁਸੀਂ ਫੀਲ ਕਰਦੇ ਹੋ। ਕਦੀ ਮੈਨੂੰ ਲੱਗਦਾ ਕਿ ਸ਼ਿਟ ਹੁਣ ਇਹ ਫਿਟ ਨਹੀਂ ਹੋ ਰਿਹਾ, ਕਦੀ ਲੱਗਦਾ ਕਿ ਅਰੇ ਨਹੀਂ ਇਹ ਤਾਂ ਲੂਜ਼ ਹੋ ਗਿਆ। ਸੋ ਇਹ ਚੱਲਦਾ ਰਹਿੰਦਾ, ਬਟ ਆਈ ਥਿੰਕ ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਕੋਸ਼ਿਸ਼ ਆਪਣੀ ਹੈਲਥ ਲਈ ਕਰਨੀ ਚਾਹੀਦੀ ਹੈ, ਮੋਰ ਦੈਨ ਦ ਸ਼ੇਪ ਆਫ ਦ ਬੋਡੀ ਵੀ ਵਾਂਟ ਔਰ ਦ ਵੇ ਵੀ ਵਾਂਟ ਟੂ ਲੁੱਕ ਫਰੋਮ ਦ ਆਊਟਸਾਈਡ। ਇਟ ਸ਼ੁੱਡ ਬੀ ਮੋਰ ਇੰਟਰਨਲ। ਆਈ ਥਿੰਕ ਥੋੜ੍ਹੀ ਬਹੁਤ ਵਰਕਆਊਟ ਇਹ ਮੈਂ ਆਪਣੇ ਆਪ ਨੂੰ ਵੀ ਸਿਖਾਉਂਦੀ ਹਾਂ ਕਿ ਚਾਹੇ ਕਿੰਨਾ ਵੀ ਬਿਜ਼ੀ ਹੋ, ਲਿਟਲ ਬਿਟ ਆਫ ਮੈਡੀਟੇਸ਼ਨ, ਥੋੜ੍ਹਾ ਬਹੁਤ ਵਰਕਆਊਟ ਚਾਹੇ ਕਿਸੇ ਵੀ ਤਰ੍ਹਾਂ ਦਾ ਹੋ, ਉਹ ਮੈਂਟਲ ਹੈਲਥ ਲਈ ਵੀ ਬਹੁਤ ਜ਼ਰੂਰੀ ਆ, ਇੰਟਰਨਲ ਹੈਲਥ ਲਈ ਵੀ ਬਹੁਤ ਜ਼ਰੂਰੀ ਆ। ਸੋ ਉਹ ਮੈਂ ਚਾਹੂੰਗੀ। ਬਾਕੀ ਸਭ ਚੱਲਦਾ ਰਹਿੰਦਾ, ਵੇਟ ਗੇਨਿੰਗ, ਵੇਟ ਲੂਜ਼ਿੰਗ। ਮੈਂ ਆਪਣਾ ਕੁਛ ਪੁਰਾਣਾ ਦੇਖਦੀ ਆ, ਆਈ ਫੀਲ ਲਾਈਕ oh my god, what am I looking like? I get so embarrassed. So ਉਹ ਸਾਰਿਆਂ ਨਾਲ ਹੁੰਦਾ ਹੈ, and it is okay, but ਜਿਹੜੇ ਵੀ ਪਿਆਰ ਦਿੰਦੇ ਆ, ਪਸੰਦ ਕਰਦੇ ਆ, ਚਾਹੇ ਮੋਟੀ ਸੀਗੀ, ਪਤਲੀ ਸੀਗੀ, ਫਿਟ ਸੀਗੀ, ਨਹੀਂ ਸੀਗੀ, ਉਹਨਾਂ ਦਾ ਬਹੁਤ ਬਹੁਤ ਥੈਂਕ ਯੂ। ਐਂਡ ਆਲਸੋ ਇਹ ਸਵਾਲ ਮੈਂ ਇਸ ਲਈ ਪੁੱਛਿਆ, ਲੋਕਾਂ ਦੇ ਸਵਾਲ ਜ਼ਰੂਰ ਆਉਂਦੇ ਨੇ, ਬਟ that's what I feel personally ਕਿ ਜੇ ਪੰਜਾਬੀ ਇੰਡਸਟਰੀ ਦੀ ਗੱਲ ਕਰਾਂ ਨਾ, even I was talking to the PR team also ਕਿ
they were saying कि you started this fitness वाला, otherwise you better know कि ਕਿਹੋ ਜਿਹਾ culture ਸੀਗਾ कि we used to enjoy the song, ਬਹੁਤ ਕਮ appearance ਨੂੰ ਆਪਾਂ note ਕਰਦੇ ਸੀ, just because you started this in Punjabi industry, so according to you ਹੁਣ it's kind of responsibility on your shoulders ਕਿ ਤੁਸੀਂ ਇਹ ਚੀਜ਼ ਅੱਗੇ ਲੈ ਕੇ ਗਏ ਹੋ. ਆਈ ਫੀਲ ਹੈਪੀ ਜੇ ਤੁਸੀਂ ਇਦਾਂ ਕਹਿੰਦੇ ਹੋ ਕਿ ਜੇ ਮੈਂ ਕੁਛ ਚੰਦ ਲੋਕਾਂ ਨੂੰ ਵੀ ਮੋਟੀਵੇਟ ਕਰ ਪਾਈ ਇਨ ਟਰਮਸ ਆਫ ਐਨੀਥਿੰਗ ਗੁੱਡ, ਜੇ ਖਾਸ ਕਰੋ ਫਿਟਨੈਸ ਲਿਆ ਤਾਂ ਮੈਂ ਬਹੁਤ ਖੁਸ਼ ਹਾਂ. ਇਨਫੈਕਟ ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਮੈਂ ਹੋਰ ਫਿਟ ਹੋਵਾਂ ਔਰ ਹੋਰ ਲੋਕਾਂ ਨੂੰ ਇਨਸਪਾਇਰ ਕਰਾਂ, ਬਟ ਜੇ ਕਿਸੇ ਨੂੰ ਵੀ ਮੈਂ ਕੀਤਾ ਆ ਤੇ ਆਈ ਫੀਲ ਵੈਰੀ ਹੈਪੀ ਅਬਾਊਟ ਦੈਟ. So we are glad ਕਿ ਚਲੋ ਬਹੁਤ ਛੋਟੀ ਜੀ ਗੱਲਬਾਤ ਹੈ because we don't have much of time, but I feel good ਕਿ ਅਸੀਂ ਗੱਲ ਕਰੀ. I really want ਕਿ future projects ਹੁਣ ਕੀ ਆ ਰਹੇ ਨੇ ਤੇ next ਚਲੋ pandemic almost is keeping my fingers crossed ਕਿ ਹੁਣ ਛੇਤੀ ਛੇਤੀ that is over, and ਅੱਗੇ ਹੋਰ new year resolution 'ਚ ਪੁੱਛਾਂ ਜਾਂ future projects ਪੁੱਛਾਂ, so we really want to know that. ਮੈਨੂੰ ਤਾਂ ਨਿਊ ਈਅਰ ਰੈਜ਼ੋਲੂਸ਼ਨ ਵਰਡ ਤੋਂ ਹੀ ਹਾਸਾ ਆ ਰਿਹਾ ਬਿਕਾਜ਼ ਇੱਦਾਂ ਲੱਗਦਾ ਹੈ ਕਿ ਹਲੇ ਕੁਝ ਦਿਨ ਪਹਿਲਾਂ ਹੀ ਤਾਂ ਨਿਊ ਈਅਰ ਰੈਜ਼ੋਲੂਸ਼ਨ ਬਣਾਏ ਸੀਗੇ 2020 ਲਈ, ਐਂਡ ਹੁਣ ਕਿੱਧਰ ਗਏ ਰੈਜ਼ੋਲੂਸ਼ਨ ਪਤਾ ਨਹੀਂ. ਬਟ ਠੀਕ ਆ, ਇਨਸਾਨ ਆਈ ਥਿੰਕ ਮੈਨੂੰ ਇਹ ਲੱਗਦਾ ਕਿ ਹਮੇਸ਼ਾ ਜਿੱਤਣਾ ਜ਼ਰੂਰੀ ਨਹੀਂ ਆ. ਹਮੇਸ਼ਾ ਕਿ ਤੁਸੀਂ ਅੱਛਾ ਰੈਜ਼ੋਲੂਸ਼ਨ ਬਣਾਇਆ ਔਰ ਉਹ ਪੂਰਾ ਹੋ ਗਿਆ ਕੀਤਾ, ਉਹ ਬਹੁਤ ਚੰਗੀ ਗੱਲ ਹੈ, ਪਰ ਜੇ ਨਹੀਂ ਹੋਇਆ ਸਾਨੂੰ ਕੋਸ਼ਿਸ਼ ਕਰਦੇ ਰਹਿਣੀ ਚਾਹੀਦੀ ਹੈ. ਸੋ ਆਈ ਥਿੰਕ ਜੋ ਵੀ ਮੈਂ 2020 'ਚ ਪੂਰਾ ਨਹੀਂ ਕਰ ਪਾਈ, ਮੈਂ ਉਹ ਚਾਹੂੰਗੀ ਕਿ ਕੰਟੀਨਿਊ ਕਰੂੰ, ਤੇ ਜੋ ਰੈਜ਼ੋਲੂਸ਼ਨ ਨਹੀਂ ਪੂਰੇ ਕਰ ਪਾਈ 2020 'ਚ 2021 ਆਈ ਹੋਪ ਆਈ ਡੂ ਦੈਟ. ਤੇ ਬਾਕੀ ਬਹੁਤ ਸਾਰਾ ਕੁਛ ਆ ਰਿਹਾ, ਹਲੇ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਆ, ਸੋ ਵਿਲ ਟਾਕ ਅਬਾਊਟ ਦੈਟ. ਬਟ ਇੰਨੇ ਪਿਆਰ ਲਈ, ਇੰਨੀ ਸਪੋਰਟ ਲਈ ਮੈਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ. ਸੋ ਇਹ ਸ਼ੋਅ ਜੋ ਲੈ ਕੇ ਆ ਰਹੀ ਹਾਂ ਜ਼ੀ ਪੰਜਾਬੀ, ਤੁਸੀਂ ਆਪਣੇ ਪੂਰੇ ਪਰਿਵਾਰ ਦੇ ਨਾਲ ਬੈਠ ਕੇ ਦੇਖਿਓ, ਦਿਲ ਦੀਆਂ ਗੱਲਾਂ, ਐਂਡ ਆਈ ਹੋਪ ਕਿ ਅਸੀਂ ਵਾਕਈ ਤੁਹਾਡੇ ਤੱਕ ਆਪਣੀਆਂ ਦਿਲ ਦੀਆਂ ਗੱਲਾਂ ਪਹੁੰਚਾ ਸਕੀਏ. ਐਂਡ ਬਸ ਇਹੀ ਕਹਿਣਾ ਚਾਹੂੰਗੀ. ਫਿਲਹਾਲ ਮੈਨੂੰ ਆਹ ਵਾਲਾ ਸੈਸ਼ਨ ਦਿਲ ਦੀਆਂ ਗੱਲਾਂ ਦਾ ਬਹੁਤ ਚੰਗਾ ਲੱਗਾ. ਥੈਂਕ ਯੂ ਸੋ ਮਚ ਫॉर ਟਾਕਿੰਗ. ਥੈਂਕ ਯੂ ਸੋ ਮਚ. ਥੈਂਕ ਯੂ. Well, AC ਮੇਰੇ ਨਾਲ very beautiful and very talented, now very soon going to become a host also, ਸੋਨਮ ਬਾਜਵਾ, ਜਿਨ੍ਹਾਂ ਨੇ ਦਿਲ ਦੀਆਂ ਗੱਲਾਂ ਕੀਤੀਆਂ ਬਟ ਬਹੁਤ ਥੋੜ੍ਹੀਆਂ ਸੀਗੀਆਂ. ਆਈ ਵਿਸ਼ ਕਿ ਬਹੁਤ ਛੇਤੀ ਹੋਰ ਮਿਲਾਂਗੇ ਤੇ ਬਹੁਤ ਸਾਰੀਆਂ ਗੱਲਾਂ ਇਹਨਾਂ ਨਾਲ ਕਰਾਂਗੇ. For more updates, stay tuned to us. ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਸੋਨਾਲੀ ਨੇਗੀ, signing off.